ਜਦੋਂ ਕਹਿੰਦੇ ਨੇ ਪਾਣੀ ਨੱਕ ਤੋਂ ਉੱਤੇ ਹੋ ਜਾਏ ਉਦੋਂ ਹੱਥ ਪੈਰ ਮਾਰਨੇ ਪੈ ਜਾਂਦੇ ਨੇ। ਪਾਣੀ ਹੌਲੀ ਹੌਲੀ ਗਲ ਤੱਕ ਆਇਆ ਸੀ, ਉਦੋਂ ਵੀ ਸਾਨੂੰ ਫਰਕ ਨਹੀਂ ਸੀ ਪਿਆ। ਠੋਡੀ ਤੱਕ ਆਇਆ ਤਾਂ ਸਾਨੂੰ ਤਾਂ ਵੀ ਨਹੀਂ ਫਰਕ ਪਿਆ, ਕਿਉਂਕਿ ਤੁਹਾਡੇ ਸਾਹਮਣੇ ਹੀ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ, ਕਿੰਨੇ ਕੀ ਜਾਣੇ ਮੋਰਚਿਆਂ ਦੇ ਵਿੱਚ ਪਹੁੰਚੇ ਲਾਏ, ਜਾਂ ਕਿੰਨੇ ਕੀ ਜਾਣਿਆਂ ਨੇ ਆਪਣੇ ਆਪਣੇ ਇਲਾਕੇ ਦੇ ਵਿੱਚ ਸਰਕਾਰ ਦੇ ਗਲ 'ਚ ਅੰਗੂਠਾ ਦਿੱਤਾ। ਉਸ ਤੋਂ ਬਾਅਦ ਕੈਪਟਨ ਸਾਹਿਬ ਆਏ ਹੱਥ 'ਚ ਗੁਟਕਾ ਫੜ ਕੇ, ਬਾਣੀ ਦੀ ਝੂਠੀ ਸਹੁੰ ਖਾਧੀ, ਅਸੀਂ ਉੱਤੇ ਵੀ ਭਰੋਸਾ ਕੀਤਾ। ਉਸ ਤੋਂ ਬਾਅਦ 4 ਸਾਲ ਹੋ ਚੱਲੇ ਨੇ, ਕੀ ਕੀਤਾ ਤੁਹਾਨੂੰ? ਕਿੰਨੇ ਮੈਨੀਫੈਸਟੋਜ਼ ਦਿਖਾਏ ਸੀ, ਕਿੰਨੇ ਵਾਅਦੇ ਕੀਤੇ ਸੀ, ਕਿੰਨੇ ਉਸ 'ਚੋਂ ਪੂਰੇ ਹੋਏ? ਇੱਕ ਸਰਕਾਰ ਉਹ ਹੈ ਜਿਹਨੇ ਬੇਅਦਬੀਆਂ ਕਰਵਾਈਆਂ, ਬਾਣੀ ਦੀ ਬੇਅਦਬੀ ਕਰਵਾਈ ਵੋਟਾਂ ਲੈਣ ਖਾਤਰ। ਦੂਸਰੀ ਸਰਕਾਰ ਉਹ ਹੈ ਜਿਸ ਨੇ ਹੱਥ 'ਚ ਬਾਣੀ ਫੜ ਕੇ ਵੋਟਾਂ ਲੈਣ ਖਾਤਰ ਝੂਠੀ ਸਹੁੰ ਖਾਧੀ ਬਾਣੀ ਦੀ। ਅਸੀਂ ਦੋਨੋਂ ਵਾਰ ਬੇਵਕੂਫ ਬਣੇ। ਉਹ ਸਰਕਾਰਾਂ ਨੂੰ ਵੀ ਅਸੀਂ ਬਖਸ਼ਤਾ ਜਿਹਨੇ ਸੌਦਾ ਸਾਧ ਮਾਫ ਕੀਤਾ, ਇਹ ਸਰਕਾਰ 'ਤੇ ਭਰੋਸਾ ਕਰਕੇ ਵੀ ਇਹਨੂੰ ਵੋਟਾਂ ਪਾ ਕੇ ਜਿਤਾਤਾ ਜਿਹਨੇ ਬਾਣੀ ਹੱਥ 'ਚ ਫੜ ਕੇ ਝੂਠੀ ਸਹੁੰ ਖਾਧੀ। ਤੇ ਉਸ ਤੋਂ ਬਾਅਦ ਅੱਜ ਅਸੀਂ ਕਿੱਥੇ ਖੜੇ ਹਾਂ? ਤੇ ਇਹ ਗੱਲ ਸਿਰਫ ਪਿਛਲੇ 5 ਜਾਂ 10 ਸਾਲਾਂ ਦੀ ਨਹੀਂ ਹੈ, ਇਹ ਕਈ ਦਹਾਕਿਆਂ ਦੀ ਗੱਲ ਹੈ, ਕਿਉਂਕਿ 5 ਵਾਰ ਤਾਂ ਸੱਤਾ ਤੇ ਬਾਦਲ ਦਲ ਹੀ ਕਾਬਜ਼ ਹੋ ਗਿਆ, ਮਤਲਬ 25 ਸਾਲ। ਗੁਰੂ ਪਿਆਰੀ ਸਾਧ ਸੰਗਤ ਜੀ, ਪਹਿਲਾਂ ਤਾਂ ਗੱਜ ਕੇ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲਾਂ ਵੈਸੇ ਆਰਡੀਨੈਂਸ ਬਾਰੇ ਜਿੰਨੀਆਂ ਵੀ ਹੈਗੀਆਂ ਨੇ ਬਹੁਤ ਵਾਰ ਇਸੇ ਮੰਚ ਤੋਂ ਹੋ ਚੁੱਕੀਆਂ ਨੇ। ਵੀਰਦੀਪ ਸਿੱਧੂ ਨੇ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤੀਆਂ ਨੇ, ਹੋਰ ਬਹੁਤ ਮੌਤਵਰ ਸ਼ਖਸੀਅਤਾਂ ਭਾਈ ਬਰਜਿੰਦਰ ਸਿੰਘ ਪਰਵਾਨਾ ਜੀ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਬਹੁਤ ਸਾਰੀਆਂ ਚੀਜ਼ਾਂ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਮੈਂ ਇੱਕ ਖਾਸ ਵਿਸ਼ੇ ਦੇ ਉੱਤੇ ਗੱਲ ਕਰਨ ਵਾਸਤੇ ਅੱਜ ਨਿਕਲ ਕੇ ਆਇਆ ਕਿ ਕੱਲ੍ਹ ਮੈਂ ਬਹੁਤ ਸਾਰੇ ਨਿਊਜ਼ ਚੈਨਲਸ ਦੀ ਕਵਰੇਜ ਦੇਖ ਰਿਹਾ ਸੀ ਤੇ ਬਾਰ-ਬਾਰ ਇਹ ਗੱਲ, ਚਾਹੇ ਦੀਪਵੀਰ ਹੋਵੇ ਜਾਂ ਸਿਮਰਨਜੀਤ ਕੌਰ ਗਿੱਲ ਹੋਵੇ ਜਾਂ ਬਠਿੰਡੇ ਬੈਠਿਆ ਲੱਖਾ ਸਿਧਾਣਾ ਹੋਵੇ, ਇਹ ਚੀਜ਼ਾਂ ਡਾਇਰੈਕਟ ਵੇ ਇਨਡਾਇਰੈਕਟ ਵੇ ਮਤਲਬ ਪੀਲੀ ਪੱਤਰਕਾਰੀ ਕਰਨ ਵਾਲੇ ਉਹਨਾਂ ਦੇ ਮੂੰਹ ਦੇ ਵਿੱਚ ਪਾ ਕੇ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਤੁਹਾਡੇ ਵਿੱਚ ਪਾੜ ਪੈ ਗਿਆ ਆ, ਮੋਰਚਾ ਜਿਹੜਾ ਆ ਉਹ 2 ਫਾੜ ਹੋ ਗਿਆ ਆ। ਬਹੁਤ ਸਾਰੇ ਤੁਸੀਂ ਚੈਨਲਾਂ ਦੀਆਂ ਸੁਰਖੀਆਂ ਵੀ ਦੇਖੀਆਂ ਹੋਣਗੀਆਂ, ਨਿਊਜ਼ਪੇਪਰਸ ਦੇ ਉੱਤੇ ਵੀ ਸੁਰਖੀਆਂ ਦੇਖੀਆਂ ਹੋਣਗੀਆਂ। ਹੁਣ ਮੈਨੂੰ ਵੀ ਪੱਤਰਕਾਰੀ ਕਰਦੇ 20 ਸਾਲ ਹੋ ਗਏ ਆ ਤੇ ਮੈਨੂੰ ਤਾਂ ਕਿਤੇ 1% ਵੀ ਇਹ ਨਹੀਂ ਲੱਗਿਆ ਕਿ 2 ਫਾੜ ਹੋਇਆ ਹੋਵੇ ਮੋਰਚਾ, ਕਿਉਂਕਿ ਮਤਭੇਦ ਤਾਂ ਸਾਰਿਆਂ ਦੇ ਵਿੱਚ ਆਉਂਦੇ ਨੇ। ਕਿਸੇ ਦੀ ਵਿਚਾਰਧਾਰਾ ਇੱਕ ਹੋ ਸਕਦੀ ਹੈ, ਦੂਸਰੇ ਦੀ ਵਿਚਾਰਧਾਰਾ ਉਸ ਤੋਂ ਥੋੜ੍ਹੀ ਜਿਹੀ ਵੱਖਰੀ ਹੋ ਸਕਦੀ ਹੈ, ਵੱਖਰੇਵੇਂ ਹੋ ਸਕਦੇ ਨੇ। ਤੇ ਗੁਰਬਾਣੀ ਦਾ ਫਰਮਾਨ ਹੈ, ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਵਿਧਾ ਦੂਰ ਕਰੋ ਲਿਵਲਾਈ। ਇਹ ਚੀਜ਼ਾਂ ਇਕੱਤਰ ਹੋ ਕੇ ਹੀ ਨਿਬੜਨਗੀਆਂ, ਖਤਮ ਹੋਣਗੀਆਂ। ਪਰ ਇੱਕ ਚੀਜ਼ ਦੀ ਖੁਸ਼ੀ ਜ਼ਰੂਰ ਹੈ, ਆਤਮਾ ਨੂੰ ਖੁਸ਼ੀ ਹੈ। ਇਹ ਉਹ ਨੌਜਵਾਨੀ ਹੈ ਜਿਸ ਨੂੰ ਦਿੱਲੀ ਬਦਨਾਮ ਕਰਦੀ ਸੀ ਨਸ਼ੇੜੀ ਕਹਿ ਕੇ। ਅੱਜ ਉਹ ਰਾਹੁਲ ਗਾਂਧੀ ਪਟਿਆਲੇ ਦੇ ਨੇੜੇ ਤੇੜੇ ਗੇੜੇ ਮਾਰਦਾ ਪਿਆ, ਟਰੈਕਟਰ ਰੈਲੀਆਂ ਕੱਢਦਾ, ਜਿਹਨੇ ਪੰਜਾਬ ਦੀ ਨੌਜਵਾਨੀ ਨੂੰ ਨਸ਼ੇੜੀ ਕਿਹਾ ਸੀ। ਤੇ ਅੱਜ ਉਹੀ ਨਸ਼ੇੜੀ ਨੌਜਵਾਨੀ ਜਦੋਂ ਮੋਰਚੇ ਲਾ ਕੇ ਬੈਠੀ ਆ ਤਾਂ ਦਿੱਲੀ ਦੇ ਗਲੇ ਦੀ ਹੱਡੀ ਬਣੀ ਹੋਈ ਹੈ। ਫਿਰ ਇਹਨਾਂ ਨੂੰ ਇੱਕ ਨਵਾਂ ਫੁਰਨਾ ਫੁਰਿਆ। ਹੁਣ ਤੁਹਾਨੂੰ ਦੱਸਦਾ ਕਿ ਇਹ 2 ਫਾੜ ਕਿਉਂ ਦਿਖਾ ਰਿਹਾ ਮੀਡੀਆ, ਕਿ ਮੋਰਚੇ 2 ਫਾੜ ਹੋ ਗਏ ਆ। ਚਾਹੇ ਫਿਰ ਜਿੱਥੇ ਮਰਜ਼ੀ ਪੰਜਾਬ 'ਚ ਮੋਰਚੇ ਲੱਗੇ ਹੋਣ, ਅਗਰ ਕਿਸਾਨੀ ਵਾਸਤੇ ਮੋਰਚਾ ਲੱਗਿਆ ਹੈ ਤਾਂ ਸਾਡਾ ਮਕਸਦ ਇੱਕ ਹੈ ਤੇ ਉਹ ਮਕਸਦ ਅਸੀਂ ਹਾਸਲ ਕਰਕੇ ਰਵਾਂਗੇ, ਬਾਏ ਹੁੱਕ ਔਰ ਬਾਏ ਕਰੁੱਕ। ਕਿਉਂਕਿ ਕਹਿੰਦੇ ਨੇ ਨਾ ਕਿ ਜੈ ਤੋਂ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ। ਤੇ ਹੁਣ ਜਿੰਨੇ ਸਿੰਘ ਆ ਕੇ ਬੈਠੇ ਨੇ, ਚਾਹੇ ਮੇਰੇ ਹਿੰਦੂ ਵੀਰ ਆ ਕੇ ਬੈਠੇ ਨੇ, ਉਹਨਾਂ ਨੂੰ ਪਤਾ ਆ ਕਿ ਜੇ ਸਾਡੇ ਹੱਥੋਂ ਜ਼ਮੀਨ ਚਲੇ ਗਈ, ਜੇ ਇਹਨਾਂ ਦੀਆਂ ਗੰਦੀਆਂ ਨੀਤੀਆਂ ਅਸੀਂ ਲਾਗੂ ਹੋਣ ਦਿੱਤੀਆਂ, ਜੇ ਆਰਡੀਨੈਂਸ ਜਿਹੜੇ ਪਾਰਿਤ ਕੀਤੇ ਹੋਏ ਨੇ ਅਸੀਂ ਅੱਜ ਵੀ ਜ਼ੁਬਾਨ ਬੰਦ ਕਰਕੇ ਬੈਠੇ ਰਹੇ, ਤਾਂ ਕੱਲ੍ਹ ਨੂੰ ਉਹ ਦਿਨ ਆ ਜਾਣਾ ਕਿ ਜ਼ਮੀਨ ਸਾਡੀ ਹੋਣੀ ਆ, ਅਸੀਂ ਉੱਥੇ ਹੀ ਮਜ਼ਦੂਰੀ ਕਰਦੇ ਹੋਵਾਂਗੇ। ਇਹਨਾਂ ਦੇ ਵੱਡੇ ਵੱਡੇ ਅੰਬਾਨੀਆਂ ਅਡਾਨੀਆਂ ਦੇ ਜਿਹੜੇ ਵੱਡੇ ਵੱਡੇ ਵੇਅਰ ਹਾਊਸਿਸ ਹੋਣਗੇ, ਉਹਨਾਂ ਦੇ ਵਿੱਚ ਤੁਸੀਂ ਆਪ ਤੁਹਾਡੀਆਂ ਮਤਲਬ ਪੀੜ੍ਹੀਆਂ ਆਉਣ ਵਾਲੀਆਂ ਮਜ਼ਦੂਰੀ ਕਰ ਰਹੀਆਂ ਹੋਣਗੀਆਂ। ਉਹ ਜਦੋਂ ਬੰਦਾ ਡਰੀਮ ਸੀਕੁਐਂਸ ਦੇਖਦਾ ਹੈ ਕਿ ਕਿਉਂ ਬਿਹਾਰ ਦੇ ਜਿਹਨਾਂ ਦੇ 5-5 ਏਕੜ 10-10 ਏਕੜ ਦੇ ਫਾਰਮ ਹੈਗੇ ਆ, ਆਪਣੀ ਜ਼ਮੀਨ ਆ, ਉਹ ਪੰਜਾਬ ਦੇ ਵਿੱਚ ਆ ਕੇ ਅੱਜ ਮਜ਼ਦੂਰੀ ਕਿਉਂ ਕਰਦੇ ਨੇ? ਪੂਰਾ ਟੱਬਰ ਲੈ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਿਹਾੜੀਆਂ ਪੰਜਾਬ 'ਚ ਕਿਉਂ ਕਰਦੇ ਨੇ? ਕਿਉਂਕਿ ਇਹ ਲੜਾਈ ਸਿਰਫ MSP ਦੀ ਨਹੀਂ ਹੈ। ਦੀਪ ਵੀਰਾ ਬਿਲਕੁਲ ਉਸ ਥਾਂ ਦੇ ਉੱਤੇ ਸਹੀ ਸੀ। ਕਿਸਾਨ ਜਥੇਬੰਦੀਆਂ ਦੇ ਨਾਲ ਜੋ ਵੀ ਉਹਨਾਂ ਦੀ ਗੱਲ ਹੋਈ ਹੈ, ਮੈਂ ਇਵਨ ਨੋਟ ਵੀ ਕਰ ਰਿਹਾ ਸੀ। ਕੱਲ੍ਹ ਭਾਈ ਬਲਦੇਵ ਸਿੰਘ ਆਈ ਥਿੰਕ ਸੀਗੇ ਜਿਹਨਾਂ ਨੇ ਰਿਪਲਾਈ ਕੀਤਾ ਸੀ, ਜੀਰਾ, ਉਹਨਾਂ ਨੇ ਰਿਪਲਾਈ ਦੀਪ ਦੀ ਇੱਕ ਚੀਜ਼ ਨੂੰ ਰਿਪਲਾਈ ਕੀਤਾ ਸੀ। ਉਸ ਕਰਕੇ ਮੈਂ ਆਇਆ ਸੀ ਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹ ਐਕਸਪਲੇਨ ਕਰਨੀਆਂ ਬਹੁਤ ਜ਼ਰੂਰੀ ਨੇ। ਕਿਸਾਨ ਜਥੇਬੰਦੀਆਂ ਦਾ ਪਹਿਲਾ ਕਹਿਣਾ ਇਹ ਸੀ ਕਿ ਦੀਪ ਸਿੱਧੂ ਕੱਲ੍ਹ ਦਾ ਜਵਾਕ ਆ, ਉਹਨੂੰ ਕੀ ਪਤਾ, ਸਾਨੂੰ ਤਾਂ ਧੱਕੇ ਖਾਂਦਿਆਂ, ਸਰਕਾਰਾਂ ਨਾਲ ਲੜਦਿਆਂ
ਕਈ ਸਾਲ ਹੋ ਗਏ, ਕਈ ਦਹਾਕੇ ਹੋ ਗਏ। ਮੈਂ ਜ਼ਿਆਦਾ ਲੰਬੀ ਚੌੜੀ ਬਹਿਸ ਦੇ ਵਿੱਚ ਜਾਂ ਜ਼ਿਆਦਾ ਤੁਹਾਡੀ ਐਕਸਪਲੇਨੇਸ਼ਨ ਦੇ ਵਿੱਚ ਨਹੀਂ ਪਾਵਾਂਗਾ। ਸਾਰੀਆਂ ਕਿਸਾਨ ਜਥੇਬੰਦੀਆਂ ਸਤਿਕਾਰਯੋਗ ਨੇ, ਸਾਰੇ ਵੀਰ ਵੱਡੇ ਛੋਟੇ ਸਤਿਕਾਰਯੋਗ ਨੇ। ਉਹਨਾਂ ਦਾ ਜਿਹੜਾ ਉਹਨਾਂ ਦੀ ਘਾਲਣਾ ਆ ਪੰਜਾਬ ਵਾਸਤੇ, ਕਿਸਾਨੀ ਵਾਸਤੇ, ਭਾਰਤ ਵਾਸਤੇ ਸਤਿਕਾਰਯੋਗ ਹੈ। ਇੱਕ ਉਹਨੇ ਹੋਰ ਗੱਲ ਕਹੀ ਸੀ ਕਿ ਜਿਹੜਾ ਉਹਨਾਂ ਦਾ ਪ੍ਰਧਾਨ ਸੀ ਕਿਸਾਨੀ ਦੇ ਵਿੱਚ, ਅੱਗੇ ਮੋਢੀ ਬਣਿਆ, ਉਹ 'ਤੇ UAPA ਲਾ ਕੇ ਸਰਕਾਰ ਨੇ ਉਹਨੂੰ ਅੰਦਰ ਕਰਤਾ। ਹੁਣ ਤੁਹਾਡੀ ਅਜਿਹੀ ਘਲਣ ਦਾ ਫਾਇਦਾ ਕੀ ਜੇ ਸਰਕਾਰ ਦੇ ਹੱਥ ਕੰਡਿਆਂ ਦੇ ਹੱਥੇ ਤੁਸੀਂ ਆਪ ਚੜ੍ਹ ਗਏ? ਫਿਰ ਉਸ ਮੋਰਚੇ ਦਾ, ਉਸ ਧਰਨੇ ਦਾ, ਉਸ ਪ੍ਰੋਟੈਸਟ ਦਾ ਫਾਇਦਾ ਕੀ ਜੇ ਅਸੀਂ ਡਾਂਗਾ ਖੁਦ ਵੀ ਖਾਧੀਆਂ, ਦੂਜਿਆਂ ਨੂੰ ਵੀ ਖਵਾਈਆਂ ਤੇ ਸਾਡੇ ਹੱਥ ਕੁਛ ਨਾ ਆਇਆ? ਗੱਲ ਫਿਰ ਆ ਜਾਂਦੀ ਹੈ ਹੋਂਦ ਦੀ। ਮਤਲਬ ਅਸੀਂ ਡਾਂਗਾ ਵੀ ਖਾਈਏ, ਛਿੱਤਰ ਵੀ ਖਾਈਏ, ਮੋਰਚੇ ਵੀ ਲਾਈਏ, ਤਾਂ ਜਿਹੜੀ ਚੀਜ਼ ਅਸੀਂ ਹਾਸਲ ਕਰਨੀ ਹੈ ਉਹ ਚੀਜ਼ ਹਾਸਲ ਕਰਨ ਤੋਂ ਪਹਿਲਾਂ ਹੀ ਮੋਰਚੇ ਵੀ ਚੱਕੇ ਜਾਂਦੇ ਨੇ। ਬਰਗਾੜੀ ਮੋਰਚੇ ਨਾਲ ਜੋ ਹੋਇਆ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ, ਕਿਉਂਕਿ ਮੈਂ ਗੁਰੇਜ਼ ਨਹੀਂ ਕਰਦਾ ਕੋਈ ਚੀਜ਼ ਬੋਲਦੇ ਹੋਏ। ਜਿਹੜੀ ਚੀਜ਼ ਗਲਤ ਹੋਈ ਹੈ ਉਹ ਗਲਤ ਹੋਈ ਹੈ, ਜੋ ਚੀਜ਼ ਸਹੀ ਹੋਈ ਹੈ ਉਹ ਸਹੀ ਹੋਈ ਹੈ। ਦੂਸਰੀ ਗੱਲ ਰਹੀ ਧਾਰਮਿਕ ਆਗੂਆਂ ਦੀ। ਬਹੁਤ ਘੱਟ ਧਾਰਮਿਕ ਆਗੂ ਭਾਈ ਵਰਜਿੰਦਰ ਸਿੰਘ ਪਰਵਾਨਾ ਵਰਗੇ ਅਜਿਹੇ ਹੋਣਗੇ ਜਿਹੜੇ ਸਾਨੂੰ ਸਹੀ ਰਾਹ ਦਿਖਾਉਣਗੇ, ਠੀਕ ਹੈ। ਬਟ ਬਹੁਤ ਸਾਰੇ ਅਜਿਹੇ ਵੀ ਨੇ ਜਿਹੜੇ ਚੋਲੇ ਪਾ ਕੇ ਮਸੰਦਾਂ ਦੀ ਭੂਮਿਕਾ ਅੱਜ ਨਿਭਾ ਰਹੇ ਨੇ। SGPC ਵੱਲ ਨਜ਼ਰ ਮਾਰ ਕੇ ਦੇਖ ਲਓ। ਅਗਰ ਉਹਨਾਂ ਨੂੰ ਅੱਜ ਸਾਹਮਣੇ ਖੜਾ ਕਰਕੇ ਇਹ ਪੁੱਛ ਲਓ ਕਿ 328 ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿੱਥੇ ਗਏ, ਕਿੱਦਾਂ ਗਾਇਬ ਹੋਏ, ਕਿਹਨੂੰ ਵੇਚੇ, ਕਿੱਥੇ ਸ਼ਸ਼ੋਭਿਤ ਨੇ, ਕਿਸੇ ਕੋਲ ਉਸ ਚੀਜ਼ ਦਾ ਜਵਾਬ ਨਹੀਂ ਹੋਊਗਾ। ਕੈਨੇਡਾ ਦੇ ਵਿੱਚ 450 ਸਰੂਪ ਬੰਦਰਗਾਹ 'ਤੇ ਪਿਆ ਕਿੱਦਾਂ ਗਲ ਗਿਆ, ਕਿਸੇ ਕੋਲ ਜਵਾਬ ਨਹੀਂ ਹੋਏਗਾ। ਅਗਰ ਤੁਸੀਂ ਜਵਾਬ ਮੰਗੋਗੇ, ਉੱਥੇ ਜਾ ਕੇ ਧਰਨੇ ਲਾਓਗੇ, ਉੱਥੇ ਜਾ ਕੇ ਤੁਸੀਂ ਪ੍ਰੋਟੈਸਟ ਕਰੋਗੇ ਤਾਂ ਤੁਹਾਡੇ ਉੱਤੇ ਡਾਂਗਾ ਭਰਾਊਗਾ। ਡਾਂਗਾ ਕੌਣ ਭਰਾਊਗਾ? ਤੁਹਾਡੇ ਹੀ ਭਰਾ ਹੋਣਗੇ SGPC ਦੇ ਇੰਪਲੋਈਜ਼। ਦਸਤਾਰਾਂ ਉਹਨਾਂ ਦੇ ਵੀ ਹੋਣਗੀਆਂ, ਕਕਾਰ ਉਹਨਾਂ ਨੇ ਵੀ ਪਾਏ ਹੋਣਗੇ, ਚੋਲੇ ਉਹਨਾਂ ਨੇ ਵੀ ਪਾਏ ਹੋਣਗੇ। ਪਰ ਕੀ ਉਹਨਾਂ ਨੂੰ ਤੁਸੀਂ ਸਿੱਖ ਕਹੋਗੇ? ਫਿਰ ਤਾਂ ਉਹ ਮਸੰਦਾਂ ਨਾਲੋਂ ਘੱਟ ਨਾ ਹੋਏ ਜਿਹੜੇ ਆਪਣਿਆਂ ਦੇ ਡਾਂਗਾ ਚੱਕ ਰਹੇ ਨੇ। ਕਿਉਂ ਡਾਂਗਾ ਚੱਕ ਰਹੇ ਨੇ? ਕਿਉਂਕਿ ਤੁਸੀਂ ਹੱਕ ਮੰਗ ਰਹੇ ਹੋ, ਤੁਸੀਂ ਸੱਚ ਦੀ ਗੱਲ ਕਰ ਰਹੇ ਹੋ, ਤੁਸੀਂ ਪੁੱਛ ਰਹੇ ਹੋ ਸਿਰਫ ਕਿ ਮੇਰੇ ਗੁਰੂ ਦੇ ਸਰੂਪਾਂ ਦਾ ਮਾਮਲਾ ਆ। ਕੋਈ ਵੀ ਹੋਰ ਚੀਜ਼ ਹੁੰਦੀ ਅਸੀਂ ਛੱਡ ਦਿੰਦੇ, ਉਹ ਸਰੂਪ ਕਿੱਥੇ ਗਏ ਨੇ? ਅਸੀਂ ਸਿਰਫ ਇਹ ਜਾਣਨਾ ਚਾਹੁੰਦੇ ਹਾਂ ਕਿ ਸਰੂਪ ਦਿੱਤੇ ਗਏ ਨੇ, ਵੇਚੇ ਗਏ ਨੇ, ਕਿੱਥੇ ਗਾਇਬ ਕੀਤੇ, ਕਿਸ ਦੀ ਸ਼ਹਿ 'ਤੇ ਗਾਇਬ ਕੀਤੇ। ਤੇ ਤੁਹਾਨੂੰ ਇੱਕ ਚੀਜ਼ ਹੋਰ ਜਾਣ ਕੇ ਸ਼ਾਇਦ ਹੈਰਾਨੀ ਹੋਗੀ, ਜਿਸ ਦਿਨ ਸਿੰਘਾਂ ਨੂੰ ਡਾਂਗ ਫੇਰੀ ਜਾ ਰਹੀ ਸੀ ਉਸ ਦਿਨ ਸੁਖਬੀਰ ਬਾਦਲ ਦਾ ਇੱਕ ਬਹੁਤ ਚਹੇਤਾ ਸਭ ਤੋਂ ਅੱਗੇ ਸੀਗਾ ਸਿੰਘਾਂ ਨੂੰ ਡਾਂਗ ਫੇਰਨ ਦੇ ਵਿੱਚ। ਹੁਣ ਇਹ ਚੀਜ਼ਾਂ ਕੀ ਤੁਹਾਨੂੰ ਮਤਲਬ ਸਾਈਨ ਆਊਟ ਕਰਦੀਆਂ ਨੇ, ਕਿੱਧਰਲੇ ਪਾਸੇ ਨੂੰ ਲੈ ਕੇ ਜਾਂਦੀਆਂ ਨੇ? ਸਿਆਸੀ ਧਿਰਾਂ ਦਾ ਇੱਕੋ ਹੀ ਕੰਮ ਹੈ। ਇਸ ਮੋਰਚੇ ਨੂੰ ਜਿੱਦਾਂ ਦੋ ਫਾੜ ਦਿਖਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਡਵੋਕੇਟ ਸਿਮਰਜੀਤ ਗਿੱਲ ਨੂੰ ਬਾਰ-ਬਾਰ ਪੁੱਛਿਆ ਜਾਂਦਾ ਹੈ ਕਿ ਤੁਹਾਨੂੰ ਕੀ ਲੱਗਦਾ ਕਿ ਕਿਉਂ ਵਿਖਰੇਵਾਂ ਹੋਇਆ? ਠੀਕ ਹੈ, ਆਪਸੀ ਮਤਭੇਦ ਹੈ ਨੇ, ਉਹ ਅੱਜ ਨਹੀਂ ਤਾਂ ਕੱਲ੍ਹ ਮੁੱਕਣਗੇ। ਪਰ ਸਰਕਾਰਾਂ ਇਹ ਚਾਹੁੰਦੀਆਂ ਨੇ ਕਿ ਜਾਂ ਤਾਂ ਇਸ ਮੋਰਚੇ ਨੂੰ ਕਿਸੇ ਤਰੀਕੇ ਨਾਲ ਅਸੀਂ ਮਤਲਬ ਭਰਿਆ ਮੇਲਾ ਲੁੱਟ ਲਈਏ, ਕਿਸੇ ਵੀ ਤਰੀਕੇ ਆਪਣੇ ਪੱਖ ਲੈ ਜਾਈਏ, ਜਾਂ ਹੁਣ ਪਹਿਲੀ ਵਾਰ, ਕਿਉਂਕਿ ਸਰਕਾਰਾਂ ਨੇ ਕਦੀ ਸੋਚਿਆ ਹੀ ਨਹੀਂ ਸੀ ਕਿ ਜਿਸ ਪੰਜਾਬ ਦੀ ਜਵਾਨੀ ਨੂੰ ਅਸੀਂ ਸੋਚ ਲਿਆ ਕਿ ਮੁੱਕ ਗਈ ਹੈ ਨਸ਼ਾ ਦੇ ਕੇ, ਅਸੀਂ ਮਾਰਤੀ ਹੈ, ਨਸਲਕੁਸ਼ੀ ਕਰਤੀ ਹੈ, ਉਹ ਕਦੀ ਸੜਕਾਂ 'ਤੇ ਆਊਗੀ। ਅੱਜ ਜਦੋਂ ਉਹਨਾਂ ਨੇ ਪੰਜਾਬ ਦੀ ਇਹ ਨੌਜਵਾਨੀ ਸੜਕਾਂ ਉੱਤੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਹੋਈ ਦੇਖ ਲਈ, ਮਜ਼ਦੂਰਾਂ ਦੀ ਏਕਤਾ ਦੇਖ ਲਈ, ਆੜ੍ਹਤੀਆਂ ਦਾ ਦੇਖ ਲਿਆ ਕਿ ਆੜ੍ਹਤੀ ਵੀ ਨਾਲ ਆ ਕੇ ਖੜ ਗਏ ਆ। ਹੁਣ ਹਰ ਇਨਸਾਨ ਪੰਜਾਬ ਦਾ ਸਹੀ ਹੱਕ ਮੰਗ ਰਿਹਾ ਹੈ। ਐਟਲੀਸਟ ਕੁੰਭਕਰਨੀ ਨੀਂਦ ਤੋਂ ਉੱਠਿਆ ਪੰਜਾਬ ਦਾ ਨੌਜਵਾਨ, ਪੰਜਾਬ ਦਾ ਕਿਸਾਨ, ਆੜ੍ਹਤੀਆ, ਮਜ਼ਦੂਰ, ਕਿਉਂਕਿ ਅੱਤ ਹੋ ਗਈ ਸੀ। ਜਦੋਂ ਕਹਿੰਦੇ ਨੇ ਪਾਣੀ ਨੱਕ ਤੋਂ ਉੱਤੇ ਹੋ ਜਾਏ ਉਦੋਂ ਹੱਥ ਪੈਰ ਮਾਰਨੇ ਪੈ ਜਾਂਦੇ ਨੇ। ਪਾਣੀ ਹੌਲੀ ਹੌਲੀ ਗਲ ਤੱਕ ਆਇਆ ਸੀ, ਉਦੋਂ ਵੀ ਸਾਨੂੰ ਫਰਕ ਨਹੀਂ ਸੀ ਪਿਆ। ਠੋਡੀ ਤੱਕ ਆਇਆ ਤਾਂ ਸਾਨੂੰ ਤਾਂ ਵੀ ਨਹੀਂ ਫਰਕ ਪਿਆ, ਕਿਉਂਕਿ ਤੁਹਾਡੇ ਸਾਹਮਣੇ ਹੀ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ, ਕਿੰਨੇ ਕੀ ਜਾਣੇ ਮੋਰਚਿਆਂ ਦੇ ਵਿੱਚ ਪਹੁੰਚੇ, ਲਾਏ, ਜਾਂ ਕਿੰਨੇ ਕੀ ਜਾਣਿਆਂ ਨੇ ਆਪਣੇ ਆਪਣੇ ਇਲਾਕੇ ਦੇ ਵਿੱਚ ਸਰਕਾਰ ਦੇ ਗਲ 'ਚ ਗੁੱਠਾ ਦਿੱਤਾ। ਉਸ ਤੋਂ ਬਾਅਦ ਕੈਪਟਨ ਸਾਹਿਬ ਆਏ ਹੱਥ 'ਚ ਗੁਟਕਾ ਫੜ ਕੇ, ਬਾਣੀ ਦੀ ਝੂਠੀ ਸਹੁੰ ਖਾਧੀ, ਅਸੀਂ ਉੱਤੇ ਵੀ ਭਰੋਸਾ ਕੀਤਾ। ਉਸ ਤੋਂ ਬਾਅਦ 4 ਸਾਲ ਹੋ ਚੱਲੇ ਨੇ, ਕੀ ਕੀਤਾ? ਤੁਹਾਨੂੰ ਕਿੰਨੇ ਮੈਨੀਫੈਸਟੋਜ਼ ਦਿਖਾਏ ਸੀ, ਕਿੰਨੇ ਵਾਅਦੇ ਕੀਤੇ ਸੀ, ਕਿੰਨੇ ਉਸ 'ਚੋਂ ਪੂਰੇ ਹੋਏ? ਇੱਕ ਸਰਕਾਰ ਉਹ ਹੈ ਜਿਹਨੇ ਬੇਅਦਬੀਆਂ ਕਰਵਾਈਆਂ, ਬਾਣੀ ਦੀ ਬੇਅਦਬੀ ਕਰਵਾਈ ਵੋਟਾਂ ਲੈਣ ਖਾਤਰ। ਦੂਸਰੀ ਸਰਕਾਰ ਉਹ ਹੈ ਜਿਸ ਨੇ ਹੱਥ 'ਚ ਬਾਣੀ ਫੜ ਕੇ ਵੋਟਾਂ ਲੈਣ ਖਾਤਰ ਝੂਠੀ ਸਹੁੰ ਖਾਧੀ ਬਾਣੀ ਦੀ। ਅਸੀਂ ਦੋਨੋਂ ਵਾਰ ਬੇਵਕੂਫ ਬਣੇ। ਉਹ ਸਰਕਾਰਾਂ ਨੂੰ ਵੀ ਅਸੀਂ ਬਖਸ਼ਤਾ ਜਿਹਨੇ ਸੌਦਾ ਸਾਧ ਮਾਫ ਕੀਤਾ, ਇਹ ਸਰਕਾਰ 'ਤੇ ਭਰੋਸਾ ਕਰਕੇ ਵੀ ਇਹਨੂੰ ਵੋਟਾਂ ਪਾ ਕੇ ਜਿਤਾਤਾ ਜਿਹਨੇ ਬਾਣੀ ਹੱਥ 'ਚ ਫੜ ਕੇ ਝੂਠੀ ਸਹੁੰ ਖਾਧੀ। ਤੇ ਉਸ ਤੋਂ ਬਾਅਦ ਅੱਜ ਅਸੀਂ ਕਿੱਥੇ ਖੜੇ ਹਾਂ? ਤੇ ਇਹ ਗੱਲ ਸਿਰਫ ਪਿਛਲੇ 5 ਜਾਂ 10 ਸਾਲਾਂ ਦੀ ਨਹੀਂ ਹੈ, ਇਹ ਕਈ ਦਹਾਕਿਆਂ ਦੀ ਗੱਲ ਹੈ। ਕਿਉਂਕਿ 5 ਵਾਰ ਤਾਂ ਸੱਤਾ 'ਤੇ ਬਾਦਲ ਦਲ ਹੀ ਕਾਬਜ਼ ਹੋ ਗਿਆ, ਮਤਲਬ 25 ਸਾਲ। ਤੇ ਹੁਣ ਕੱਲ ਵੀਰ ਨੇ ਕਿਸਾਨ ਜਥੇਬੰਦੀ ਦਾ ਜਿਹੜਾ ਵੀਰ ਸੀ ਉਹਨੇ ਇੱਕ ਗੱਲ ਕਹੀ ਸੀ ਕਿ ਕਿਸਾਨ ਜਥੇਬੰਦੀਆਂ ਨੇ ਬੜੀ ਘਾਲਣਾ ਕੀਤੀ ਹੈ।
ਠੀਕ ਹੈ। ਆਹ ਨੌਜਵਾਨ ਕੀ ਕਰਨਗੇ, ਅਲੱਗ-ਅਲੱਗ ਜਿਹੜੇ ਆਪਣੇ ਖਾੜੇ ਲਾ ਕੇ ਬਹਿ ਗਏ ਆ, ਤਾਂ ਮੈਂ ਉਹਨਾਂ ਨੂੰ ਇੱਕੋ ਹੀ ਚੀਜ਼ ਪੁੱਛਾਂਗਾ। ਅਗਰ ਮੇਰੇ ਕਿਸਾਨ ਵੀਰਾਂ ਕੋਲ ਉਸ ਚੀਜ਼ ਦਾ ਜਵਾਬ ਹੋਵੇ ਤਾਂ ਮੈਨੂੰ ਜ਼ਰੂਰ ਦੇਣਾ, ਕਿਉਂਕਿ ਮੈਂ ਸਮਾਂ ਜ਼ਿਆਦਾ ਨਹੀਂ ਲੈਣਾ ਚਾਹਾਂਗਾ। ਕਿ ਵੀਰੋ, ਤੁਸੀਂ ਅਗਰ 1980 ਤੋਂ ਜਾਂ 1976 ਤੋਂ ਲੱਗੇ ਹੋ, ਪਹਿਲੀ ਗੱਲ ਤਾਂ ਹਰੀ ਕ੍ਰਾਂਤੀ ਦੀ ਪੰਜਾਬ ਨੂੰ ਲੋੜ ਨਹੀਂ ਸੀ, ਭਾਰਤ ਨੂੰ ਲੋੜ ਸੀ। ਤਾਂ ਪੰਜਾਬ ਦਾ ਕਿਸਾਨ ਮਿੱਟੀ ਨਾਲ ਮਿੱਟੀ ਹੋਇਆ ਸੀਗਾ। ਝੋਨੇ ਦੇ ਕਣਕ ਦੇ ਗੇੜ ਦੇ ਵਿੱਚ ਪੰਜਾਬ ਤਾਂ ਪਿਆ ਸੀਗਾ ਤਾਂ ਕਿ ਪੂਰੇ ਭਾਰਤ ਦਾ ਢਿੱਡ ਭਰਿਆ ਜਾਵੇ, ਤੇ ਉਹ ਪੰਜਾਬ ਦੀ ਕਿਸਾਨ ਨੇ ਕੀਤਾ। ਤੇ ਉਸ ਤੋਂ ਬਾਅਦ ਇੱਕ ਮੰਗ ਉੱਠੀ ਸੀ 80 ਦੇ ਕਰੀਬ ਸਵਾਮੀਨਾਥਨ ਕਮਿਸ਼ਨ ਦੀ। ਹੁਣ ਤੁਸੀਂ 80 ਤੋਂ ਲੈ ਕੇ ਹੁਣ ਤੱਕ ਦੇ ਸਿਰਫ ਸਾਲ ਗਿਣ ਲਓ, 40 ਸਾਲ ਤਕਰੀਬਨ ਹੋ ਚੁੱਕੇ ਨੇ। ਕਿੰਨੀਆਂ ਸਰਕਾਰਾਂ ਕੇਂਦਰ ਦੇ ਵਿੱਚ ਆਈਆਂ ਤੇ ਗਈਆਂ, ਕਿੰਨੇ ਕਿੰਨੇ ਸਾਲ ਉਹਨਾਂ ਨੇ ਰਾਜ ਕੀਤਾ, ਤੇ ਉਹਨਾਂ ਵਿੱਚੋਂ ਕਿੰਨੀਆਂ ਸਰਕਾਰਾਂ ਦੇ ਮੈਨੀਫੈਸਟੋ ਦੇ ਵਿੱਚ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਹਮੇਸ਼ਾ ਰਹੀ ਹੈ। ਹਮੇਸ਼ਾ ਤੁਹਾਨੂੰ ਕਿਸਾਨਾਂ ਨੂੰ ਬੇਵਕੂਫ ਬਣਾਇਆ ਗਿਆ ਕਿ ਅਸੀਂ ਆਵਾਂਗੇ ਤਾਂ ਲਾਗੂ ਕਰਾਂਗੇ। ਇਹ ਸਿਰਫ ਕੇਂਦਰ ਸਰਕਾਰ ਨਹੀਂ, ਸੂਬਾ ਸਰਕਾਰ ਵੀ, ਚਾਹੇ ਪੰਜਾਬ ਦੇ ਵਿੱਚ, ਅਸੀਂ ਜੀ ਇਹ ਬਿੱਲ ਲੈ ਕੇ ਆਵਾਂਗੇ, ਕਰਾਂਗੇ। ਪੰਜਾਬ ਦੇ ਪਾਣੀਆਂ ਦੀ ਗੱਲ ਅਸੀਂ ਕਰਾਂਗੇ, ਹੋ ਜਾਏਗਾ। ਤੁਸੀਂ ਪਹਿਲਾਂ ਵੋਟਾਂ ਪਾ ਦਿਓ। ਸੌਦਾ ਸਾਧ ਨੇ ਜੋ ਕੀਤਾ ਉਹਦਾ ਸਭ ਕੁਝ ਬੰਦ ਹੋ ਜਾਏਗਾ, ਵੋਟਾਂ ਪਾ ਦਿਓ। ਉਧਰ ਸੌਦਾ ਸਾਧ ਦਾ ਜਾ ਕੇ ਡੇਰੇ ਦੇ ਵਿੱਚ, ਹਾਂਜੀ ਜੀ ਆਪਣੀ ਸਾਰੀ ਸੰਗਤ ਨੂੰ ਕਹਿ ਦਿਓ ਸਾਨੂੰ ਵੋਟਾਂ ਪਾ ਦਿਓ। ਬੇਵਕੂਫ ਬਣਾਉਣਾ ਪੰਜਾਬ ਦੀ ਆਵਾਮ ਨੂੰ ਉਹਨਾਂ ਨੇ ਆਪਣੇ ਮਤਲਬ ਇੱਕ ਚੁਟਕੀ ਦੀ ਖੇਡ ਸਮਝ ਲਈ ਸੀ, ਜੋ ਹਮੇਸ਼ਾ ਉਹ ਕਰਦੇ ਆਏ ਨੇ। ਤੇ ਅਸੀਂ ਭੇਡ ਚਾਲ ਚੱਲ ਕੇ ਹਮੇਸ਼ਾ ਖਾਈ 'ਚ ਡਿੱਗਦੇ ਰਹੇ ਹਾਂ। ਕਿਸੇ ਵੀ ਕਾਲੀ ਭੇਡ ਨੇ ਸਾਨੂੰ ਜੇ ਆ ਕੇ ਰਾਹ ਦਿਖਾਤਾ ਕਿ ਹਾਂ ਜੀ ਆਹ ਮੈਨੀਫੈਸਟੋ ਆ ਮੇਰਾ, ਆਹ ਤੁਹਾਨੂੰ ਇੰਨੇ ਮੋਬਾਈਲ ਫੋਨ ਦਿੱਤੇ ਜਾਣਗੇ, ਆਹ ਸਾਰੇ ਜਿੰਨੇ ਨੌਜਵਾਨ ਵਿਹਲੇ ਬੈਠੇ ਹੋਏ ਨੇ ਘਰਾਂ 'ਚ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ, ਜਿਹਨਾਂ ਨੂੰ ਨੌਕਰੀਆਂ ਨਾ ਮਿਲੀਆਂ ਉਹਨਾਂ ਨੂੰ ਘਰੇ ਬੈਠੇ ਹੋਏ 2000 2500 ਰੁਪਇਆ ਵਿਹਲੇ ਬੈਠਿਆਂ ਨੂੰ ਪੈਨਸ਼ਨ ਮਿਲੂਗੀ ਨੌਜਵਾਨਾਂ ਨੂੰ। ਵਾਹ ਜੀ ਖੁਸ਼, ਸਾਨੂੰ ਹੋਰ ਕੀ ਚਾਹੀਦਾ? ਠੀਕ ਹੈ, 2000 ਰੁਪਇਆ ਵੀ ਪੰਜਾਬ ਸਰਕਾਰ ਸਾਨੂੰ ਘਰੇ ਬੈਠਿਆਂ ਨੂੰ ਦੇ ਦੂਗੀ ਤਾਂ ਸਾਨੂੰ ਕੀ ਮਾੜਾ? ਸਾਨੂੰ ਦਿਹਾੜੀਆਂ ਕਰਨ ਦੀ ਕੀ ਲੋੜ ਹੈ? ਨਸ਼ਾ ਪੱਤਾ ਜਿਹਨਾਂ ਨੇ ਕਰਨਾ ਹੈ ਉਹਨਾਂ ਨੇ ਜਾਂ ਤਾਂ ਬੇਬੇ ਨੂੰ ਕੁੱਟ ਲੈਣਾ, ਬਾਪੂ ਨੂੰ ਕੁੱਟ ਲੈਣਾ, ਚੋਰੀ ਕਰ ਲੈਣੀ ਆ। ਠੀਕ ਹੈ, ਇਸ ਤੋਂ ਬਾਅਦ ਤਾਂ ਅੱਗੇ ਦੀ ਸੋਚ ਨਹੀਂ ਕਿਸੇ ਦੀ ਕੋਈ। ਪਰ ਹੁਣ ਜਦੋਂ ਉਹ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਆ ਗਈਆਂ ਕਿ ਝੂਠ ਬੋਲੂ ਸਰਕਾਰਾਂ ਹੁਣ ਜਿੰਨੇ ਮਰਜ਼ੀ ਪੈਂਤਰੇ ਚਲਾ ਲੈਣ, ਕਿਸਾਨ ਦੀ ਮਾਂ ਉਹਦੇ ਉੱਤੇ ਜਦ ਉਹਨਾਂ ਦੀ ਅੱਖ ਆ ਗਈ, ਠੀਕ ਹੈ, ਤਾਂ ਸਾਰੇ ਤੜਪੇ ਹੋ, ਤਾਂ ਸਾਰਿਆਂ ਦੀ ਆਤਮਾ ਝੰਜੋੜ ਹੋਈ ਹੈ। ਕਿਉਂਕਿ ਸ਼ਾਇਦ ਹੀ ਕੋਈ ਕਲਯੁਗੀ ਪੁੱਤ ਅਜਿਹਾ ਹੋਊਗਾ ਕਿ ਜਿਹਦੀ ਮਾਂ ਦਾ ਝੱਗਾ ਗੰਦਾ ਹੋ ਜਾਏ ਤੇ ਉਹ ਧੱਕਾ ਮਾਰ ਕੇ ਝੱਗੇ ਨੂੰ ਮਾਂ ਸਮੇਤ ਬਾਹਰ ਕੱਢ ਦੇਵੇ। ਅਸੀਂ ਝੱਗਾ ਧੋ ਕੇ ਪਾ ਦਾਂਗੇ, ਪਰ ਮਾਂ ਨੂੰ ਵੀ ਝੱਗੇ ਦੇ ਨਾਲ ਹੀ ਧੱਕਾ ਮਾਰ ਕੇ ਬਾਹਰ ਕੱਢ ਦਾਂਗੇ। ਸਾਡੇ ਨਾਲ ਇਹਨਾਂ ਨੇ ਇਹ ਹਰਕਤ ਬਾਰ-ਬਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਹਮੇਸ਼ਾ ਧੋਖਾ ਖਾਧਾ ਆ। ਹੁਣ ਜਦੋਂ ਸਾਡੀ ਪਤਾ ਆ ਕਿ ਹੋਂਦ ਖਤਮ ਕਰਨੀ ਹੈ ਇਹਨਾਂ ਨੇ, ਕਿਉਂਕਿ RSS ਹੋ ਗਈ, BJP ਹੋ ਗਈ, ਸ਼ਿਵ ਸੈਨਾ ਹੋ ਗਈ, ਇਹਨਾਂ 'ਚ ਕੋਈ ਫਰਕ ਨਹੀਂ ਹੈਗਾ। ਪਿੱਛੋਂ ਹੈਂਡਲ ਇੱਕੋ ਹੀ ਹੈ, ਉਹ ਸਾਰੇ ਜਾਣਦੇ ਆ। ਨਸਲਕੁਸ਼ੀ ਤੁਹਾਡੀ ਜਿੱਦਾਂ ਕੀਤੀ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ। ਧਰਮ ਦੇ ਵਿੱਚ ਮਿਲਾਵਟ ਕਿੱਦਾਂ ਹੋ ਰਹੀ ਹੈ, ਗ੍ਰੰਥਾਂ ਦੇ ਵਿੱਚ ਮਿਲਾਵਟ ਕਿੱਦਾਂ ਹੋ ਰਹੀ ਹੈ, ਬੱਚਿਆਂ ਦੇ ਪੜ੍ਹਾਏ ਜਾ ਰਹੇ ਸਿੱਖ ਇਤਿਹਾਸ ਵਿੱਚ ਮਿਲਾਵਟ ਕਿੱਦਾਂ ਹੋ ਰਹੀ ਆ। ਠੀਕ ਹੈ, ਗੁਰੂਆਂ ਤੱਕ ਨੂੰ ਚੋਰ ਆਖਿਆ ਜਾ ਰਿਹਾ ਹੈ। ਉਹ ਸਿੱਖ ਇਤਿਹਾਸ ਵਿੱਚ ਜਿਹੜੇ ਤੁਹਾਡੇ ਬੱਚੇ ਕਿਤਾਬਾਂ ਸਕੂਲਾਂ ਦੇ ਵਿੱਚ ਪੜ੍ਹ ਰਹੇ ਨੇ, ਕਦੀ ਜਾ ਕੇ ਬੱਚਿਆਂ ਦੀਆਂ ਕਿਤਾਬਾਂ ਫੋਲਿਆ ਕਰੋ। ਇਸ ਕਰਕੇ ਕਹਿੰਦੇ ਹੁੰਦੇ ਆ ਕਿ ਜਿੱਥੇ ਵੀ ਤੁਹਾਡੇ ਬੱਚੇ ਪੜ੍ਹਦੇ ਨੇ, ਆਉਂਦੇ ਨੇ, ਜਾਂਦੇ ਨੇ, ਤੁਸੀਂ ਗੁਟਕਾ ਸਾਹਿਬ ਵੀ ਅਗਰ ਪੜ੍ਹਦੇ ਹੋਗੇ, ਗੁਟਕਾ ਸਾਹਿਬ ਵੀ ਕਈ ਬਹੁਤ ਸਾਰੇ ਆ ਗਏ ਆ। ਹੁਣ ਖੋਲੋਗੇ ਤਾਂ ਕਈ ਗੁਟਕਿਆਂ ਦੇ ਵਿੱਚ ਤਾਂ ਸਾਹਮਣੇ ਹਵਨ ਸਮੱਗਰੀ ਲਿਖੀ ਹੋਈ ਹੈ ਪਹਿਲਾਂ ਪੂਰੀ। ਠੀਕ ਹੈ, ਥੋੜ੍ਹੇ ਸਮੇਂ ਬਾਅਦ ਇਹਨਾਂ ਨੇ ਆਪ ਹੀ ਉਹ ਕਰ ਦੇਣਾ ਕਿ ਮੰਦਰਾਂ ਵਾਂਗ ਟੱਲ ਖੜਕਾ ਕੇ ਤੁਸੀਂ ਅੰਦਰ ਜਾਇਆ ਕਰਨਾ। ਫਿਰ ਇਸ ਲਈ ਅੱਜ ਸਤਰਕ ਹੋ ਜਾਓਗੇ ਚੰਗਾ ਹੈ। ਤੇ ਇਹ ਮੋਰਚੇ ਜਿਹੜੇ ਲੱਗੇ ਹੋਏ ਆ, ਸਰਕਾਰਾਂ ਲੱਖ ਕੋਸ਼ਿਸ਼ ਕਰ ਲੈਣ, ਪਰ ਅਗਰ ਅੱਜ ਨੌਜਵਾਨੀ ਪੰਜਾਬ ਦੀ ਜਾਗ ਗਈ ਹੈ, ਕਿਸਾਨੀ ਜਾਗ ਗਈ ਹੈ, ਤਾਂ ਇਹ ਮੋਰਚੇ ਕਦੇ ਵੀ ਇਹ ਸਰਕਾਰਾਂ ਨੇਸ ਤੋਂ ਨਾਬੂਦ ਨਹੀਂ ਕਰ ਸਕਦੀਆਂ। ਇਹ ਉਹ ਸਿੰਘ ਨੇ, ਗੁਰੂ ਦੇ ਉਹ ਕਲਗੀਧਰ ਦੇ ਲਾਲ ਨੇ ਜਿਹੜੇ ਇੱਕ ਸਵਾ ਲੱਖ ਦੇ ਬਰਾਬਰ ਨੇ। ਤੇ ਹੁਣ ਸਮਾਂ ਆ ਗਿਆ ਹੈ ਸਾਬਿਤ ਕਰਨ ਦਾ ਕਿ ਜਿਹਨਾਂ ਨੂੰ ਇਹ ਨਸ਼ੇੜੀ ਕਹਿੰਦੇ ਸੀ, ਅੱਜ ਸ਼ੰਭੂ ਬਾਰਡਰ ਤੇ ਅਸੀਂ ਮੋਰਚਾ ਲਾ ਕੇ ਬੈਠੇ ਆ ਤੇ ਅੱਜ ਦਿੱਲੀ ਆਪਣਾ ਹਰ ਪੈਂਤਰਾ ਅਜ਼ਮਾ ਰਹੀ ਆ ਕਿ ਸਿਰਫ ਸ਼ੰਭੂ ਦਾ ਨਹੀਂ, ਉਧਰ ਬਠਿੰਡੇ ਲੱਖਾ ਸਧਾਣਾ ਵੀ ਬੈਠਾ ਆ, ਹੋਰ ਬਹੁਤ ਥਾਂ ਤੇ ਕਿਸਾਨ ਜਥੇਬੰਦੀਆਂ ਬੈਠੀਆਂ ਮੋਰਚੇ ਲਾ ਕੇ ਕਿ ਇਹ ਮੋਰਚੇ ਅਸੀਂ ਚੱਕੀਏ ਕਿੱਦਾਂ, ਜਾਂ ਇਹਨਾਂ ਦੇ ਵਿੱਚ ਕਾਲੀਆਂ ਭੇਡਾਂ ਬਾੜ ਕੇ ਅਸੀਂ ਇਹਨਾਂ ਨੂੰ ਦੋ ਫਾੜ ਕਿੱਦਾਂ ਦਿਖਾਈਏ, ਜਾਂ ਜਿਹੜੇ ਬੰਦੇ ਮੋਰਚਿਆਂ 'ਚ ਅੱਗੇ ਲੱਗੇ ਹੁਣ ਉਹਨਾਂ ਨੂੰ ਆਪਣੇ ਪਿੱਛੇ ਕਿੱਦਾਂ ਲਾਈਏ। ਹੁਣ ਇਹ ਜਿਹੜੇ ਵੀ ਆਗੂ ਨੇ ਮੋਰਚੇ ਜਿਹੜੇ ਸਾਂਭ ਰਹੇ ਨੇ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਆਪਣੀਆਂ ਚਾਰੋਂ ਅੱਖਾਂ
ਖੁੱਲੀਆਂ ਰੱਖਣ। ਦੋ ਤਾਂ ਹੁੰਦੀਆਂ ਨੇ ਸਾਡੀਆਂ, ਦੋ ਅੱਖਾਂ ਸਿਕਸ ਸੈਂਸ ਦੀਆਂ ਹੁੰਦੀਆਂ ਨੇ, ਕਿਹੜਾ ਬੰਦਾ ਕਿੱਥੇ ਕੀ ਡਿਜ਼ਰਵ ਕਰਦਾ, ਕੀ ਕਰ ਰਿਹਾ ਕੀ ਨਹੀਂ ਕਹਿ ਰਿਹਾ। ਕਿਉਂਕਿ ਮੈਂ ਨਹੀਂ ਚਾਹੁੰਦਾ, ਕਿਉਂਕਿ ਮੈਨੂੰ ਬਹੁਤ ਸਾਰੇ ਇੰਟਰਨੈਸ਼ਨਲ ਕਾਲਸ ਆਈਆਂ ਨੇ। ਮੇਰਾ ਇਸ ਮੋਰਚੇ 'ਤੇ ਆਉਣ ਦਾ ਸਿਰਫ ਇਹ ਮਕਸਦ ਸੀ ਕਿ ਇੱਕ ਵਾਰ ਜਾ ਕੇ ਆਓ, ਜੋ ਚੀਜ਼ਾਂ ਮੀਡੀਆ ਦੇ ਵਿੱਚ ਗਲਤ ਫੈਲਾਈਆਂ ਜਾ ਰਹੀਆਂ ਨੇ, ਮੋਰਚਾ ਬਰਬਾਦ ਹੋ ਗਿਆ, ਮੋਰਚਾ ਖਰਾਬ ਹੋ ਗਿਆ, ਮੋਰਚੇ 'ਚ ਫਾੜ ਪੈ ਗਿਆ, ਦੀਪ ਸਿੱਧੂ ਦੇ ਨਾਲ ਵਿਖਰੇਵੇਂ ਹੋ ਗਏ, ਕਿਸੇ ਦੇ ਕੋਈ ਵਿਖਰੇਵੇਂ ਨਹੀਂ ਹੋ ਗਏ। ਮੈਂ ਇਸੇ ਮੰਚ 'ਤੇ ਖੜਾ ਹੋ ਕੇ ਕਹਿ ਰਿਹਾ ਹਾਂ, ਠੀਕ ਹੈ ਜੀ। ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਮਤਭੇਦ ਹੁੰਦੇ ਨੇ, ਪਰ ਹਾਂ, ਅਗਰ ਇੱਕ ਕਮਰੇ ਦੇ ਵਿੱਚ, ਬੰਦ ਕਮਰੇ ਦੇ ਵਿੱਚ ਬੈਠ ਕੇ ਅਸੀਂ ਟੇਬਲ ਟਾਕ ਕਰਦੇ ਹਾਂ, ਚਾਹੇ ਉਹ ਸਰਕਾਰਾਂ ਹੋਣ, ਚਾਹੇ ਕੇਂਦਰ ਦੀ ਸਰਕਾਰ ਹੋਵੇ, ਉਹ ਬਹੁਤ ਤਰ੍ਹਾਂ ਦੇ ਪੈਂਤਰੇ ਚੱਲਦੇ ਨੇ। ਦੀਪ ਦੀ ਗੱਲ ਬਿਲਕੁਲ ਸਹੀ ਹੈ ਕਿ ਬੰਦ ਕਮਰੇ ਦੇ ਵਿੱਚ ਅਗਰ ਕੁਝ ਹੋ ਗਿਆ, ਤੁਸੀਂ ਅੱਧੀ ਜੰਗ ਤਾਂ ਉੱਥੇ ਹੀ ਹਾਰ ਗਏ। ਮੈਂ ਵੀ ਉਸ ਨਾਲ ਐਗਰੀ ਹਾਂ। ਕਿਸਾਨ ਜਥੇਬੰਦੀਆਂ ਜਿਹੜੀਆਂ ਕਹਿੰਦੀਆਂ ਨੇ ਕਿ ਅਸੀਂ ਬਹੁਤ ਘਾਲਣਾ ਕੀਤੀ ਹੈ, ਬਹੁਤ ਕੁਝ ਕੀਤਾ, ਮੈਂ ਉਹਨਾਂ ਨੂੰ ਇੱਕ ਕੁਐਸਚਨ ਪੁੱਛਿਆ, ਮੈਨੂੰ ਉਹਦਾ ਜਵਾਬ ਦੇ ਦਿਓ ਕਿ ਅੱਜ ਤੱਕ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਕਿਉਂ ਨਹੀਂ ਲਾਗੂ ਕਰਵਾ ਸਕੇ, ਠੀਕ ਹੈ ਜੀ। ਤੇ ਬਾਕੀ ਜਿੰਨੀਆਂ ਅੱਜ ਤੱਕ ਬੰਦ ਕਮਰਿਆਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੀਆਂ ਮੀਟਿੰਗਸ ਹੋਈਆਂ ਨੇ, ਜੇਕਰ ਸਹੀ ਹੋ, ਉਹ ਤੁਸੀਂ ਕਿਸੇ ਵੀ ਦਸਤਾਵੇਜ਼ ਨੂੰ ਜਨਤਕ ਕਰਕੇ ਦੱਸਿਓ ਕਿ ਉਹਨਾਂ ਮੀਟਿੰਗਸ ਦੇ ਵਿੱਚ ਕੀ ਫੈਸਲੇ ਹੋਏ, ਤੁਹਾਡੇ ਹੱਕ ਵਿੱਚ ਕਿੰਨੇ ਹੋਏ, ਤੇ ਉਹਨਾਂ ਵਿੱਚੋਂ ਕਿਸਾਨਾਂ ਨੂੰ ਫਾਇਦੇ ਕਿੰਨੇ ਹੋਏ, ਠੀਕ ਹੈ ਜੀ। ਇਸੇ ਦੇ ਨਾਲ ਮੈਨੂੰ ਇਜਾਜ਼ਤ ਦਿਓ, ਵੱਧ ਘੱਟ ਬੋਲਿਆ ਗਿਆ ਹੋਵੇ, ਹੱਥ ਬਣ ਕੇ ਮਾਫੀ ਹੈ ਜੀ। ਤੇ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।